ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। नरेंद्र मोदी वालों दिते हुए विवादित बयान कि गुरु गोबिंद सिंह महाराज जी ने गोबिंद रामायण की रचना की सी, इस दे बारे सिखां दे हिरदे वलूंदरे गए ने। गुरु गोबिंद सिंह जी ने तो खुद गोविंद रामायण लिखी, गोविंद रामायण लिखी, गोविंद रामायण लिखी, गोविंद रामायण लिखी। वैसे तो देखा जाए देश के प्रधानमंत्री नूं भारत दे विच जिहड़ियां वख-वख कौमां रहिंदियां ने, किसी भी कौम के बारे कोई भी टिप्पणी करन तो गुरेज करना चाहिए है। पाल सिंह अपना मानसिक संतुलन गवा बैठा है। वो हुण सिखां दा नुमाइंदा नहीं है। वो व्यक्ति केवल ते केवल RSS का पेड वर्कर है। सारी उम्र सिखां कोलों खांदा रहा तो हुण सिखां दा ही घाण कर रहा। गुरु गोबिंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोबिंद सिंह जी। PM ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਨਰਿੰਦਰ, ਜਿਹੜਾ ਕਿ ਇਹਨੇ ਰਾਮ ਮੰਦਿਰ ਦੀ ਜਿੱਥੇ ਸਾਰੀ ਹੋਈ ਆ ਉੱਥੇ ਜਾ ਕੇ ਜੋ ਇਹਨੇ ਬਿਆਨ ਦਿੱਤਾ ਵਾ ਸਿੱਖ ਕੌਮ ਲਈ, ਸਿੱਖ ਪੰਥ ਲਈ ਬਹੁਤ ਮੱਦਭਾਗਾ ਵਾ, ਕਿਉਂਕਿ ਇਹ ਦਰਸਾਉਣੇ ਚਾਹੁੰਦੇ ਆ ਵੀ ਜਿਹੜੀ ਸਿੱਖ ਕੌਮ ਆ ਉਹ ਹਿੰਦੂਆਂ ਦੇ ਵਿੱਚੋਂ ਆ। गुरु गोविंद सिंह जी ने तो खुद गोविंद रामायण लिखी, गोविंद रामायण लिखी, गोविंद रामायण लिखी, गोविंद रामायण लिखी। ਅਸੀਂ ਇਹਦੇ ਵਿੱਚ ਕਰਦੇ ਸ਼ਬਦਾਂ ਨਾਲ ਨਿਖੇਧੀ ਕਰਦੇ ਆ ਪ੍ਰਧਾਨ ਮੰਤਰੀ ਦੀ। ਨਿਆਣੇ ਜੇ ਬਿਆਨ ਚਾਹੇ ਬਲਸ਼ਕੜੇ ਜੇ ਬਿਆਨ ਦਿੰਦਾ ਵਾ, ਸ਼ਰਮ ਹੋਣੀ ਚਾਹੀਦੀ ਆ। ਉੱਥੇ ਅਸੀਂ ਜਹੇਦਾਰ ਦੀ ਵੀ ਨਿਖੇਧੀ ਕਰਦੇ ਆ। ਉਹ ਜੀ RSS ਦੇ ਬੰਦੇ ਨੇ, ਉਹਨਾਂ ਨੂੰ ਪਹਿਲੋਂ ਕਮੇਟੀ ਤੋਂ ਲਾ ਕੇ ਉੱਥੇ ਕਮੇਟੀ ਨਿਯੁਕਤੀ ਕੀਤੀ ਗਈ, ਸਿੰਘ ਸਾਹਿਬ ਲਾਏ ਗਏ ਨੇ, ਉਹਨਾਂ ਨੂੰ ਪਹਿਲੋਂ ਕੱਢਿਆ। ਉਹ ਜਾਣਬੁੱਝ ਕੇ ਜਹੇਦਾਰ ਬਣੇ ਨੇ। ਜਿਹੜੇ ਬਿਆਨ ਉਹਨਾਂ ਦਿੱਤੇ ਨੇ, ਇੱਕ ਛੋਟੇ ਜਿਹੇ ਨਿਆਣਾ ਵੀ ਉੱਦਾਂ ਵੀ ਚੰਗਾ ਬੋਲ ਲੈਂਦਾ। गुरु गोबिंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोबिंद सिंह जी। ਵੇਖੋ ਜਿਹੜਾ ਨਰਿੰਦਰ ਮੋਦੀ ਦਾ ਬਿਆਨ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਮਾਇਣ ਲਿਖੀ ਹੈ, ਇਹਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਗੋਬਿੰਦ ਰਾਮਾਇਣ ਨਾਮੀ ਗ੍ਰੰਥ ਕੋਈ ਵੀ ਐਸਾ ਗ੍ਰੰਥ ਨਹੀਂ ਹੈ ਜਿਹੜਾ ਪਾਤਸ਼ਾਹ ਨੇ ਲਿਖਿਆ ਹੋਵੇ। ਪਾਤਸ਼ਾਹ ਨੇ ਤਾਂ ਲਿਖਿਆ ਹੈ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। गुरु गोविंद सिंह जी ने तो खुद गोविंद रामायण लिखी, गोविंद रामायण लिखी, गोविंद रामायण लिखी, गोविंद रामायण लिखी। ਇਕਬਾਲ ਸਿੰਘ ਪਹਿਲੀ ਗੱਲ ਸਿੱਖ ਕੌਮ ਦਾ ਨੁਮਾਇੰਦਾ ਨਹੀਂ, ਉਹਦੀਆਂ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਅਸੀਂ ਰੱਦ ਕਰਦੇ ਹਾਂ। ਗੋਬਿੰਦ ਰਾਮਾਇਣ ਨਾਮੀ ਕੋਈ ਵੀ ਗ੍ਰੰਥ ਪੰਥ ਦੇ ਵਿੱਚ ਮੌਜੂਦ ਨਹੀਂ ਹੈ। गुरु गोबिंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोबिंद सिंह जी। ਅਯੁੱਧਿਆ ਵਿਖੇ ਕੁਝ ਦਿਨ ਪਹਿਲੋਂ ਰਾਮ ਜਨਮ ਭੂਮੀ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਵੇਲੇ ਦੋ ਵਿਵਾਦਪੂਰਕ ਬਿਆਨ ਸਾਹਮਣੇ ਆਏ ਆ। ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੋਬਿੰਦ ਰਾਮਾਇਣ ਲਿਖੀ ਹੋਣ ਬਾਰੇ ਕਿਹਾ ਗਿਆ, ਤੇ ਦੂਸਰਾ ਸਾਬਕਾ ਜਥੇਦਾਰ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖਾਂ ਨੂੰ ਲਵ ਕੁਸ਼ ਦੀ ਲਾਤ ਬਾਰੇ ਕਿਹਾ ਗਿਆ। ਜਥੇਬੰਦੀਆਂ ਵਿੱਚ ਰੋਸ ਜਾਗਿਆ, ਥਾਂ ਥਾਂ ਤੇ ਪ੍ਰੋਟੈਸਟ ਹੋਏ, ਤੇ ਅੱਜ ਵੀ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਪ੍ਰੋਟੈਸਟ ਕਰ ਰਹੇ ਆ। ਆਓ ਜਾਣਦੇ ਆ ਪ੍ਰੋਫੈਸਰ ਬਲਜਿੰਦਰ ਸਿੰਘ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ, ਤੇ ਨਾਲ ਸਹਿਯੋਗੀ ਜਥੇਬੰਦੀਆਂ ਕੌਣ ਕਾਣਾ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰਾ ਸਿੱਖ ਜਗਤ ਜਿਹੜਾ ਹੈ नरेंद्र मोदी वालों दिते हुए विवादित बयान कि गुरु गोबिंद सिंह महाराज जी ने गोबिंद रामायण की रचना की सी, इस दे बारे सिखां दे हिरदे वलूंदरे गए ने। ये बड़ा एक मंदभागा बयान है। वैसे तो देखा जाए देश के प्रधानमंत्री नूं भारत दे विच जिहड़ियां वख-वख कौमां रहिंदियां ने, किसी भी कौम के बारे कोई भी टिप्पणी करन तो गुरेज करना चाहिए है। देश के सामने बड़ियां होर मुसीबतां ने, औकड़ां ने, जिहदे बारे प्रधानमंत्री नूं बोलना चाहिए, काम करने चाहिए ने। लेकिन पता नहीं क्यों ये बार बार ये गल कही जाती है कि गुरु गोबिंद सिंह महाराज ने गोबिंद रामायण लिखी, गुरु नानक देव जी अयोध्या आए। इस प्रकार के बयान दे करके वो किसी न किसी तरीके नाल ये साबित करना चाहते हैं कि सिख जिहड़े ने वो हिंदुआं दा अंग ने। वो सानू अपने विच मिलगोबा करना चाहते हैं।
ਸਾਡਾ ਇਸ ਗੱਲ ਦੇ ਬਾਰੇ ਬੜਾ ਵਿਰੋਧ ਹੈ। ਅੱਜ ਇਸ ਮੰਚ ਤੋਂ ਅਸੀਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਨਰਿੰਦਰ ਮੋਦੀ ਜੀ ਸਿੱਖ ਇੱਕ ਵੱਖਰੀ ਕੌਮ ਹੈ। ਸਿੱਖਾਂ ਦਾ ਲਵ ਕੁਸ਼ ਦੇ ਵੰਸ਼ ਦੇ ਨਾਲ, ਸਿੱਖਾਂ ਦਾ ਰਾਮਚੰਦਰ ਦੀ ਵੰਸ਼ ਦੇ ਨਾਲ ਜਾਂ ਕ੍ਰਿਸ਼ਨ ਦੀ ਵੰਸ਼ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਸੰਬੰਧ ਨਹੀਂ ਹੈਗਾ। ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਨਾਲ ਹੀ ਸਾਡਾ ਸੰਬੰਧ ਕੇਵਲ ਤੇ ਕੇਵਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਦੇ ਨਾਲ, ਇੱਕ ਅਕਾਲ ਪੁਰਖ ਦੇ ਨਾਲ ਸਾਡਾ ਸੰਬੰਧ ਜੁੜ ਗਿਆ। ਸਾਡਾ ਤਾਂ ਕੇਵਲ ਤੇ ਕੇਵਲ ਅਸੀਂ ਨਾਦੀ ਪੁੱਤਰ ਹਾਂ ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਸਾਡੀ ਵੰਸਾਵਲੀ ਜਿਹੜੀ ਹੈ ਉਹ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੈ। ਸਿੱਖ ਇੱਕ ਵੱਖਰੀ ਕੌਮ ਹੈ, ਇਸ ਦਾ ਇੱਕ ਵੱਖਰਾ ਨਿਆਰਾਪਨ ਹੈ, ਸਿੱਖਾਂ ਦਾ ਵੱਖਰਾ ਸਿਧਾਂਤ ਹੈ, ਸਿੱਖਾਂ ਦੀ ਵੱਖਰੀ ਰਹਿਤ ਮਰਿਆਦਾ ਹੈ, ਸਿੱਖਾਂ ਦੀਆਂ ਵੱਖਰੀਆਂ ਸਿਧਾਂਤਾਂ ਨੇ, ਸਿੱਖਾਂ ਦੇ ਵੱਖਰੇ ਗ੍ਰੰਥ, ਸਿੱਖਾਂ ਦਾ ਇੱਕ ਵੱਖਰਾ ਨਿਆਰਾਪਨ ਤੇ ਪੰਥ ਹੈ। ਤੋ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਮੋਦੀ ਸਾਹਿਬ ਤੁਸੀਂ ਖਾਲਸਾ ਪੰਥ ਦੇ ਨਾਲ ਇਹੋ ਜਿਹੇ ਬਿਆਨ ਦੇ ਕਰਕੇ ਖਾਲਸਾ ਪੰਥ ਦੇ ਨੂੰ ਜ਼ਖਮੀ ਨਾ ਕਰੋ, ਖਾਲਸਾ ਪੰਥ ਦੇ ਨਾਲ ਟੱਕਰ ਨਾ ਲਵੋ। ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ, ਜਿਵੇਂ ਕਿ ਗਿਆਨ ਗੋਜੜੀ ਗੁਰਦੁਆਰਾ, ਮੰਗੂਮਠ ਗੁਰਦੁਆਰਾ, ਡਾਂਗਮਾਰ ਗੁਰਦੁਆਰਾ, ਉਹ ਗੁਰਦੁਆਰੇ ਤੁਸੀਂ ਢਾਹਤੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਤੁਸੀਂ ਕਹਿੰਦੇ ਹੋ ਉਹਨਾਂ ਦੇ ਹਿਤੈਸ਼ੀ ਬਣ ਕੇ ਇੱਕ ਅਡੰਬਰ ਰਚ ਰਹੇ ਹੋ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਨੇ ਉਹ ਅਯੋਧਿਆ ਆਏ ਸੀਗੇ, ਉਹਨਾਂ ਦੇ ਨਾਲ ਇਤਿਹਾਸਿਕ ਗੁਰਦੁਆਰੇ ਤੁਸੀਂ ਢਾਹਤੇ। ਪਾਕਿਸਤਾਨ ਨੇ ਦੂਜੀ ਵਾਰ ਜਿਹੜਾ ਸੀਗਾ ਕਰਤਾਰਪੁਰ ਲਾਂਘਾ ਫਿਰ ਖੋਲ੍ਹਤਾ, ਹੋਰ ਉਹ ਖੋਲ੍ਹਣ ਨੂੰ ਅੱਜ 2 ਮਹੀਨੇ ਹੋ ਚੱਲੇ ਨੇ, ਲੇਕਿਨ ਤੁਸੀਂ ਉਹਦੇ ਬਾਅਦ ਦੂਜੀ ਵਾਰੀ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ। 550 ਸਾਲਾ ਗੁਰੂ ਨਾਨਕ ਪਾਤਸ਼ਾਹ ਤੇ ਤੁਸੀਂ ਸਿੱਖ ਕੌਮ ਨਾਲ ਵਚਨ ਕੀਤਾ ਸੀਗਾ ਕਿ ਜਿੰਨੇ ਵੀ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਅਸੀਂ ਉਹਨਾਂ ਨੂੰ ਰਿਹਾ ਕਰਾਂਗੇ। ਤੁਸੀਂ ਉਹ ਵੀ ਆਪਣਾ ਪ੍ਰੋਮਿਸ ਭੁੱਲ ਗਏ ਹੋ, ਆਪਣਾ ਵਚਨ ਭੁੱਲ ਗਏ ਹੋ। ਅੱਜ ਵੀ ਸਾਡੇ ਬੰਦੀ ਸਿੰਘ ਜਿਹੜੇ ਨੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਅਦ ਅੱਜ ਜੇਲ੍ਹਾਂ ਦੇ ਵਿੱਚ ਹੈਗੇ ਨੇ। ਇਸ ਕਰਕੇ ਤੁਹਾਡਾ ਵੱਲੋਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਬਾਰ-ਬਾਰ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਅਯੋਧਿਆ ਆਏ ਸੀਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਅਯੋਧਿਆ ਆਏ ਸੀਗੇ, ਇਹ ਸਾਰੇ ਅਡੰਬਰ ਨੇ ਤੁਹਾਡੇ। ਤੁਸੀਂ ਸਿੱਖ ਕੌਮ ਨੂੰ ਆਪਣੇ ਵਿੱਚ ਰਲਾਉਣਾ ਚਾਹੁੰਦੇ ਹੋ, ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ। ਸਿੱਖ ਕੌਮ ਦੇ ਨਿਆਰੇਪਨ ਦੇ ਉੱਤੇ, ਸਿੱਖ ਇੱਕ ਵੱਖਰੀ ਕੌਮ ਹੈ, ਇਹਦੇ ਸਿਧਾਂਤ ਦੇ ਉੱਤੇ ਅਸੀਂ ਡਟ ਕੇ ਪਹਿਰਾ ਦੇਵਾਂਗੇ। ਅੱਜ ਜੋ ਅਸੀਂ ਇਸੇ ਰੋਸ ਪ੍ਰਗਟ ਕੀਤਾ ਹੈ, ਇਹ ਰੋਸ ਪ੍ਰਗਟ ਦੇ ਵਿੱਚ ਸਾਡੇ ਕੋਲ ਖਾਲਸਾ ਲੀਗ ਦੇ ਵੀ ਕਾਰਕੁਨ ਆਏ ਨੇ, ਸਾਡੇ ਨਾਲ ਅਖੰਡ ਕੀਰਤਨੀ ਜਥੇ ਦੇ ਭਾਈ ਬਲਦੇਵ ਸਿੰਘ ਜੀ ਆਏ ਨੇ, ਸਾਡੇ ਨਾਲ ਸ਼ਬਦ ਕੀਰਤਨ ਨਾਮ ਸਿਮਰਨ ਭਾਈ ਕਨਈਆ ਜੀ ਸੁਸਾਇਟੀ ਤੋਂ ਭਾਈ ਗੁਰਬਖਸ਼ ਸਿੰਘ ਜੀ ਬੱਗਾ ਆਏ ਨੇ, ਅਕਾਲ ਖਾਲਸਾ ਦਲ ਸਾਡੇ ਨਾਲ ਸੁਰਿੰਦਰ ਸਿੰਘ ਜੀ ਜੋਧਪੁਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਉਹ ਵੀ ਸਾਡੇ ਵਿੱਚ ਸ਼ਾਮਿਲ ਨੇ। ਹੋਰ ਵੀ ਬਹੁਤ ਸਾਰੀ ਜਥੇਬੰਦੀਆਂ ਅੱਜ ਨੁਮਾਇੰਦੇ ਤੌਰ ਤੇ ਸੰਕੇਤਕ ਰੂਪ ਦੇ ਵਿੱਚ ਸ਼ਾਮਿਲ ਹੋਈਆਂ ਨੇ, ਕਿਉਂਕਿ ਕਰੋਨਾ ਵਾਇਰਸ ਚੱਲ ਰਿਹਾ ਹੈ। ਕਰੋਨਾ ਦੇ ਕਰਕੇ ਅਸੀਂ ਬਹੁਤਾ ਇੱਥੇ ਇਕੱਠ ਕਰਨਾ ਮੁਨਾਸਿਬ ਨਹੀਂ ਸਮਝਿਆ, ਲੇਕਿਨ ਇਸ ਲੜੀ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਿਰੰਤਰ ਜਾਰੀ ਰੱਖਾਂਗੇ। ਤੇ ਇਕਬਾਲ ਸਿੰਘ ਬਾਰੇ ਕੀ ਕਹਿਣਾ ਚਾਹੋਗੇ? ਵਿਸ਼ੇਸ਼ ਤੌਰ ਤੇ ਇਕਬਾਲ ਸਿੰਘ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਾ ਹੈ। ਉਹ ਹੁਣ ਸਿੱਖਾਂ ਦਾ ਨੁਮਾਇੰਦਾ ਨਹੀਂ ਹੈ। ਉਹ ਵਿਅਕਤੀ ਕੇਵਲ ਤੇ ਕੇਵਲ RSS ਦਾ ਪੇਡ ਵਰਕਰ ਹੈ। ਸਾਰੀ ਉਮਰ ਸਿੱਖਾਂ ਕੋਲੋਂ ਖਾਂਦਾ ਰਿਹਾ ਤੇ ਹੁਣ ਸਿੱਖਾਂ ਦਾ ਹੀ ਘਾਣ ਕਰ ਰਿਹਾ। ਉਸ ਨੂੰ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ, ਜਦ ਇੱਕ ਸਿੱਖ ਖੰਡੇ ਬਾਟੇ ਦੀ ਪਹੁਲ ਛਕ ਲੈਂਦਾ ਤਾਂ ਉਹ ਕਿਰਤ ਕਰਕੇ, ਕਰਮ ਕਰਕੇ, ਧਰਮ ਕਰਕੇ ਉਹ ਸਾਰਾ ਕੁਝ ਖਾਲਸਾ ਦਾ ਵਿੱਚ ਸਮਾ ਜਾਂਦਾ। ਉਹ ਅਜੇ ਤੱਕ ਇਕਬਾਲ ਸਿੰਘ ਨੂੰ ਇਹ ਨਹੀਂ ਪਤਾ ਲੱਗਿਆ ਕਿ ਖਾਲਸਾ ਦੀ ਵੰਸਾਵਲੀ ਗੁਰੂ ਨਾਨਕ ਪਾਤਸ਼ਾਹ ਤੋਂ ਆਰੰਭ ਹੁੰਦੀ ਹੈ। ਇਹ ਵੰਸਾਵਲੀ ਜਿਹੜੀ ਹੈ ਜੇ ਕੱਢੀਏ ਨਾ ਤੇ ਸ਼ਾਇਦ ਮਾਫ ਕਰਨਾ ਕਿ ਔਰੰਗਜ਼ੇਬ ਦੇ ਸਮੇਂ ਦੌਰਾਨ ਅਨੇਕਾਂ ਹਿੰਦੂ ਮੁਸਲਮਾਨ ਬਣਾਤੇ ਗਏ ਸੀਗੇ, ਅਨੇਕਾਂ ਹਿੰਦੂ ਮੁਸਲਮਾਨ ਬਣਾਤੇ। ਕਿੰਨੀ ਕਨਵਰਸ਼ਨ ਹੋਈ ਹੈ। ਜੇ ਇਹਨਾਂ ਦੀ ਵੰਸਾਵਲੀ ਕੱਢਾਂਗੇ ਨਾ ਤਾਂ ਬਹੁਤ ਕਈ ਕੁਝ ਸਾਹਮਣੇ ਆਏਗਾ। ਪ੍ਰੈਸ ਨਾਲ ਗੱਲਬਾਤ ਕਰਦੇ ਆ ਉਦੋਂ ਕੁਝ ਇਤਿਹਾਸਕ ਸਰੋਤ ਅੱਗੇ ਰੱਖ ਲੈਂਦੇ ਆ, ਇਤਿਹਾਸਕ ਸਰੋਤ ਦਾ ਹਵਾਲਾ ਦਿੰਦੇ ਆ। ਗੋਬਿੰਦ ਰਾਮਾਇਣ ਦੀ ਤੁਸੀਂ ਗੱਲ ਕੀਤੀ ਆ ਹੁਣੇ ਹੀ, ਰਾਮਾ ਅਵਤਾਰ ਦਾ ਜ਼ਿਕਰ ਤੇ ਹੁੰਦਾ ਪਰ ਗੋਬਿੰਦ ਰਾਮਾਇਣ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ। ਪਰ ਜਦੋਂ ਪ੍ਰੈਸ ਮਿਲਦੀ ਹੈ ਇਹਨਾਂ ਨੂੰ, ਗਿਆਨੀ ਇਕਬਾਲ ਸਿੰਘ ਨੂੰ, ਤੇ ਇਤਿਹਾਸਕ ਸਰੋਤ ਅੱਗੇ ਰੱਖ ਕੇ ਦੱਸਦੇ ਆ ਕਿਸੇ ਖਿਲਾਫ ਕੁਝ। ਦੇਖੋ ਜੀ, ਜਿੱਥੇ ਤੱਕ ਗੋਬਿੰਦ ਰਾਮਾਇਣ ਦੀ ਤੁਸੀਂ ਗੱਲ ਕਰ ਰਹੇ ਹੋ, ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖਾਲਸਾ ਕਾਲਜ ਅੰਮ੍ਰਿਤਸਰ ਅਤੇ
ਸਿੱਖ ਧਰਮ ਨਾਲ ਸੰਬੰਧਿਤ ਜਿਹੜੇ ਵੱਡੇ ਵੱਡੇ ਪਬਲਿਸ਼ਰਸ ਨੇ, ਮੈਂ ਇਹਨਾਂ ਸਾਰਿਆਂ ਨਾਲ ਤਾਲਮੇਲ ਕੀਤਾ। ਵੱਡੀਆਂ ਵੱਡੀਆਂ ਜਿਹੜੀਆਂ ਲਾਇਬ੍ਰੇਰੀਜ਼ ਨੇ, ਖਾਲਸਾ ਕਾਲਜ ਲਾਇਬ੍ਰੇਰੀ, ਇਹਨਾਂ ਸਾਰਿਆਂ ਤੋਂ ਮੈਂ ਪਤਾ ਕੀਤਾ ਕਿ ਗੋਬਿੰਦ ਰਾਮਾਇਣ ਕੋਈ ਹੈ। ਸਾਰਿਆਂ ਤੋਂ ਇਹ ਪਤਾ ਲੱਗਿਆ ਕਿ ਕਿਧਰੇ ਗੋਬਿੰਦ ਰਾਮਾਇਣ ਦੀ ਗੱਲ ਹੀ ਨਹੀਂ ਹੈਗੀ, ਨੰਬਰ 1। ਦੂਸਰੀ ਗੱਲ, ਦਸਮ ਗ੍ਰੰਥ ਦੇ ਵਿੱਚ ਰਾਮਾ ਅਵਤਾਰ ਦੀ ਗੱਲ ਹੈ, ਰਾਮਾ ਅਵਤਾਰ ਦੀ ਗੱਲ ਹੈ। ਤੇ ਰਾਮਾ ਅਵਤਾਰ ਦੇ ਅਖੀਰ ਵਿੱਚ ਜਿਸਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਨਕਲੂਡ ਕਰਦੇ ਨੇ ਤਾਂ ਉੱਥੇ ਸਪਸ਼ਟ ਕਰਦੇ ਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਤੇ ਕ੍ਰਿਸ਼ਨ ਅਵਤਾਰ ਦੇ ਅੰਤ ਵਿੱਚ ਕਹਿ ਦਿੰਦੇ ਨੇ ਮੈਂ ਨਾ ਗਣੇਸ਼ ਪ੍ਰਥਮ ਮਨਾਉ ਕਿਸ਼ਨ ਪਿਸ਼ਨ ਕਬਹੂ ਨਾ ਧਿਆਉ। ਸਾਨੂੰ ਸਪਸ਼ਟ ਕਰ ਦਿੱਤਾ ਹੈ, ਸਾਨੂੰ ਰਾਮਚੰਦਰ ਦੇ ਨਾਲ ਲੜ ਨਹੀਂ ਲਾਇਆ, ਸਾਨੂੰ ਲਵ ਕੁਸ਼ ਤੇ ਵੰਸ਼ ਨਹੀਂ ਲਾਇਆ। ਮੇਰਾ ਗੁਰੂ ਸਰਬੰਸ ਦਾਨੀ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਤੋਰਦਾ ਹੈ ਕਿ ਪਿਤਾ ਜੀ ਜਾ ਕੇ ਕੁਰਬਾਨੀ ਕਰੋ, ਧਰਮ ਬਚਾਓ, ਤੇ ਆਪਣਾ ਸਰਬੰਸ ਵਾਰ ਦਿੰਦਾ ਹੈ। ਚਮਕੌਰ ਦੀ ਗੜੀ ਵਿੱਚ ਪੁੱਤਰ ਸ਼ੀਸ਼ ਸਾਹਮਣੇ ਕਰਵਾਉਂਦਾ ਹੈ, ਸਰਹੰਦ ਦੀਆਂ ਨੀਹਾਂ ਦੇ ਵਿੱਚ ਪੁੱਤਰ ਸ਼ੀਸ਼ ਕਰਾਉਂਦਾ ਹੈ। ਤੇ ਮਾਫ ਕਰਨਾ, ਮੈਂ ਸੰਕੇਤਕ ਰੂਪ 'ਚ ਗੱਲ ਕਰਾਂਗਾ। ਭਗਵਾਨ ਰਾਮਚੰਦਰ ਜੀ ਜਿਸ ਵੇਲੇ ਸੀਤਾ ਚੁੱਕ ਕੇ ਕੋਈ ਲੈ ਗਿਆ, ਇਹ ਮੂਰਛਿਤ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਦੀ ਮੂਰਛਿਤ ਨਹੀਂ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਦੀ ਵੀ ਘਬਰਾਏ ਨਹੀਂ, ਉਹ ਹਮੇਸ਼ਾ ਚੜ੍ਹਦੀ ਕਲਾ ਰਹੇ। ਤੇ ਜਿਹੜਾ ਮੂਰਛਿਤ ਹੋਣ ਵਾਲਾ ਹੈ, ਜਿਹਦਾ ਪਿਓ ਖੁਦ ਇਸ ਵਿਰੋਗ ਵਿੱਚ ਜਿਹੜਾ ਸੇ ਵਿਯੋਗ ਵਿੱਚ ਰਹਿ ਕੇ ਖੁਦ ਚੜ੍ਹਾਈ ਕਰ ਗਿਆ, ਤੇ ਇੱਕ ਪਾਸੇ 9 ਸਾਲ ਦਾ ਪੁੱਤਰ ਆਪਣੇ ਗੁਰੂ ਨੂੰ ਤੋਰ ਰਿਹਾ, ਤਾਂ ਐਸਾ ਗੁਰੂ ਲਵ ਕੁਸ਼ ਦੀ ਉਪਾਸਨਾ ਕਰੇਗਾ, ਲਵ ਕੁਸ਼ ਨੂੰ ਅਰਾਧੇਗਾ, ਲਵ ਕੁਸ਼ ਦੇ ਕੋਲੋਂ ਸ਼ਕਤੀ ਮੰਗੇਗਾ। ਉਹਨੇ ਤਾਂ ਸ਼ਕਤੀ ਕਿਹਦੇ ਕੋਲ ਮੰਗੀ? ਉਹਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ। ਉਸਨੇ ਤਾਂ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਇਹ ਪਰਮਾਤਮਾ ਦੀ ਮੌਜ ਚੋਂ ਪ੍ਰਗਟ ਹੋਇਆ ਹੈ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਤੇ ਸਾਨੂੰ ਅੱਗੇ ਸਾਵਧਾਨ ਕਰਤਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਾਨੂੰ ਤਾਂ ਵਿਪਰਨ ਤੋਂ ਦੂਰ ਕੀਤਾ। ਫਿਰ ਜਦ ਸਾਨੂੰ ਵਿਪਰਨ ਤੋਂ ਦੂਰ ਕਰ ਰਹੇ ਨੇ, ਤੁਹਾਡਾ ਕੀ ਖਿਆਲ ਹੈ ਕਿ ਇਕਬਾਲ ਸਿੰਘ ਕਹਿੰਦਾ ਲਵ ਕੁਸ਼ ਤੋਂ ਨੇ ਅਸੀਂ ਜਾ ਕਰਕੇ ਵਿਪਰਨ ਨੂੰ ਤੇ ਆਵਾਂਗੇ? ਇਹ ਬਿਲਕੁਲ ਪੋਸੀਬਲ ਨਹੀਂ। ਅਕਾਲ ਖਾਲਸਾ ਦਲ ਤੋਂ ਸਾਡੇ ਨਾਲ ਵੀਰ ਮਹਾਂਵੀਰ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਟੈਸਟ ਬਾਰੇ? ਅੱਜ ਦਾ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਵਾ, ਇਹ PM ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਨਰਿੰਦਰ, ਜਿਹੜਾ ਕਿ ਇਹਨੇ ਰਾਮ ਮੰਦਿਰ ਦੀ ਜਿੱਥੇ ਸਾਰੀ ਹੋਈ ਆ ਉੱਥੇ ਜਾ ਕੇ ਜੋ ਇਹਨੇ ਬਿਆਨ ਦਿੱਤਾ ਵਾ, ਸਿੱਖ ਕੌਮ ਲਈ, ਸਿੱਖ ਪੰਥ ਲਈ ਬਹੁਤ ਮੱਦਭਾਗਾ ਵਾ। ਕਿਉਂਕਿ ਇਹ ਦਰਸਾਉਣੇ ਚਾਹੁੰਦੇ ਆ ਵੀ ਜਿਹੜੀ ਸਿੱਖ ਕੌਮ ਆ ਉਹ ਹਿੰਦੂਆਂ ਦੇ ਵਿੱਚੋਂ ਆ। ਅਸੀਂ ਬਿਲਕੁਲ ਕਿਸੇ ਦੇ ਵਿੱਚੋਂ ਨਹੀਂ ਆ। ਸਾਡੇ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੱਕ ਅਸੀਂ ਤਾਂ ਅਕਾਲ ਪੁਰਖ ਦੀ ਫੌਜ 'ਚੋਂ ਪ੍ਰਗਟ ਹੋਏ ਆ। ਇਸ ਕਰਕੇ ਇਹ ਕਹਿ ਰਿਹਾ ਗੋਬਿੰਦ ਰਾਮਾਇਣ ਲਿਖੀ ਆ, ਕੋਈ ਇਹੋ ਜੀ ਕੋਈ ਗੱਲ ਨਹੀਂ ਹੈਗੀ, ਨਾ ਕੋਈ ਗੋਬਿੰਦ ਰਾਮਾਇਣ ਲਿਖੀ ਆ। ਬਾਕੀ ਜਿਹੜਾ ਜਥੇਦਾਰ ਆ ਪਟਨਾ ਸਾਹਿਬ ਦਾ ਸਾਬਕਾ ਜਥੇਦਾਰ, ਜਿਹੜਾ ਖਾਂਦਾ ਗੁਰੂ ਦਾ ਰਿਹਾ ਵਾ ਤੇ ਭੁਗਤਦਾ ਦੂਜੇ ਪਾਸੇ ਆ, RSS ਦੇ ਪਾਸੇ। ਹਮੇਸ਼ਾ ਹੀ ਸਿੱਖ ਪੰਥ ਦੇ ਵਿੱਚ ਇਹੋ ਜਿਹੇ ਬੜੇ ਵਿਰੋਧੀ ਰਹੇ ਆ, ਪਹਿਲਾਂ ਵੀ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਆ। ਅੱਜ ਉਹਨਾਂ ਨੇ ਉਹਨਾਂ ਨੂੰ ਸੱਦ ਕੇ ਬੁਲਾਇਆ ਵਾ ਵੀ ਤੁਸੀਂ ਆਹ ਗੱਲ ਬੋਲੋ, ਤੇ ਉਹਨਾਂ ਨੇ ਉਹ ਗੱਲ ਬੋਲਤੀ, ਉਹ ਗੱਲ PM ਮੋਦੀ ਨੇ ਬੋਲਤੀ ਆ। ਅਸੀਂ ਇਸ ਗੱਲ ਦੀ ਚੇਤਾਵਨੀ ਦੇਣਾ ਚਾਹੁੰਦੇ ਆ, PM ਨਰਿੰਦਰ ਸਿੰਘ ਮੋਦੀ ਪ੍ਰਧਾਨ ਮੰਤਰੀ, ਤੁਸੀਂ ਇਸ ਚੀਜ਼ ਦੀ ਮਾਫੀ ਮੰਗੋ। ਜਿਹੜਾ ਤੁਸੀਂ ਇਹ ਸ਼ਬਦ ਉੱਥੇ ਬੋਲਿਆ ਵਾ ਉਸ ਦੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ। ਸਿੱਖ ਪੰਥ ਕੋ ਤੁਹਾਡਾ ਫਰਜ਼ ਨਹੀਂ ਬਣਦਾ, ਤੁਸੀਂ ਜ਼ਿੰਮੇਵਾਰ ਵਿਅਕਤੀ ਜੇ, ਤੁਸੀਂ ਉੱਥੇ ਜਾ ਕੇ ਰਾਮ ਮੰਦਿਰ ਦੀ ਉਸਾਰੀ ਦੇ ਉੱਤੇ ਇਹੋ ਜਿਹੇ ਸ਼ਬਦ ਜਿਹੜੇ ਬੋਲਣੇ ਜਿਨ੍ਹਾਂ ਨੇ ਸਿੱਖ ਹਿਰਦੇ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਆ। ਅਸੀਂ ਇਸ ਕਰਕੇ ਇਸ ਚੀਜ਼ ਦਾ ਸਖਤ ਵਿਰੋਧ ਕਰਦੇ ਹਾਂ। ਅੱਜ ਜਥੇਦਾਰ ਜਗਤਾਰ ਸਿੰਘ ਸਾਹਿਬ ਜੋ ਜਥੇਦਾਰ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਆ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਕਮੇਟੀ ਵੱਲੋਂ, ਉਹਨਾਂ ਵੱਲੋਂ ਜੋ ਅੱਜ ਪ੍ਰੋਟੈਸਟ ਇੱਥੇ ਰੱਖਿਆ ਗਿਆ, ਨਾਲ ਸਹਿਯੋਗੀ ਜਥੇਬੰਦੀਆਂ, ਅਕਾਲ ਖਾਲਸਾ ਜਥੇਬੰਦੀ, ਹੋਰ ਵੀ ਜਥੇਬੰਦੀਆਂ ਜਿਹੜੀਆਂ ਇਸ ਗੱਲ ਦਾ ਸਮਰਥਨ ਕਰਦੀਆਂ ਵਾ। ਇਸ ਕਰਕੇ ਜਿਹੜਾ ਵਾ ਸਿੱਖ ਪੰਥ ਦੇ ਨਾਲ ਨਾ ਟਕਰਾਵੇ। ਜਿਹੜਾ ਸਾਬਕਾ ਜਥੇਦਾਰ ਵਾ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਹੀ ਆ
ਪਹਿਲਾਂ ਵੀ ਸਮੇਂ 'ਚ ਵੇਖਿਆ ਜਿਹੜਾ ਟਕਰਾਇਆ ਸਿੱਖ ਪੰਥ ਨਾਲ ਉਹਨੇ ਕਦੀ ਇਹੋ ਜਿਹਾ ਸੁੱਖ ਨਹੀਂ ਪਾਇਆ। ਅਸੀਂ ਇਸ ਕਰਕੇ ਇਹਨੂੰ ਵੀ ਚੇਤਾਵਨੀ ਦਿੰਦੇ ਹਾਂ ਸਿੱਖ ਪੰਥ ਨਾਲ ਨਾ ਟਕਰਾਵੇ, ਤੇ ਇਸ ਕਰਕੇ ਸਿੱਖ ਪੰਥ ਕੋ ਇਹਨੂੰ ਵੀ ਮਾਫੀ ਮੰਗਣੀ ਚਾਹੀਦੀ ਆ ਤੇ ਨਰਿੰਦਰ ਮੋਦੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਧਪੁਰ ਮੁੜ ਵਸੇਬਾਦ ਤੋਂ ਸਾਡੇ ਨਾਲ ਵੀਰ ਸਤਨਾਮ ਸਿੰਘ ਜੀ ਕਾਲੋ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਪਾਉਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਪ੍ਰੋਟੈਸਟ ਬਾਰੇ ਕੁਝ ਜਾਣਕਾਰੀ। ਅੱਜ ਜੀ ਜਿਹੜਾ ਅਸੀਂ ਕੀਤਾ ਵਾ ਇਹ ਹਲਵਾਰਾ ਕਮੇਟੀ ਵੱਲੋਂ ਕੀਤਾ। ਸਰਦਾਰ ਬਲਜਿੰਦਰ ਸਿੰਘ ਉਹਨਾਂ ਨੇ ਸਾਨੂੰ ਸੱਦਾ ਦਿੱਤਾ, ਜੋਧਪੁਰੀਆਂ ਵੱਲੋਂ ਅਸੀਂ ਆਏ ਹਾਂ। ਅਸੀਂ ਇਹਦੇ ਵਿੱਚ ਕਰਦੇ ਸ਼ਬਦਾਂ ਨਾਲ ਨਿਖੇਧੀ ਕਰਦੇ ਹਾਂ ਪ੍ਰਧਾਨ ਮੰਤਰੀ ਦੀ। ਨਿਆਣੇ ਜੇ ਬਿਆਨ ਚਾਹੇ ਬਲਜਕੜੇ ਜੇ ਬਿਆਨ ਦਿੰਦਾ ਵਾ, ਸ਼ਰਮ ਹੋਣੀ ਚਾਹੀਦੀ ਆ। ਉੱਥੇ ਅਸੀਂ ਜਥੇਦਾਰ ਦੀ ਵੀ ਨਿਖੇਧੀ ਕਰਦੇ ਹਾਂ। ਦੂਜੇ ਨੰਬਰ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਅਸੀਂ ਅਨੰਦਪੁਰ ਦੇ ਵਾਸੀ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ, ਮਾਤਾ ਸਾਹਿਬ ਕੌਰ ਦੇ ਬੱਚੇ ਹਾਂ, ਅਸੀਂ ਗੁਰੂ ਸਾਹਿਬ ਦੇ ਬੱਚੇ ਤੇ ਉਹਦੇ ਹੀ ਰਵਾਂਗੇ। ਸਾਡੇ ਪੰਜਾਬ ਨੂੰ, ਸਾਡੀ ਸਿੱਖੀ ਨੂੰ ਹਮੇਸ਼ਾ ਢਾਹ ਲਾਉਣ ਵਾਲੀਆਂ ਗੱਲਾਂ ਕਰਦੇ ਨੇ। ਇਹ ਦੇਸ਼ ਵਾਸਤੇ ਅਸੀਂ ਬੜੀਆਂ ਕੁਰਬਾਨੀਆਂ ਦਿੱਤੀਆਂ ਸੀ। ਅਸੀਂ ਪੰਜਾਬ ਜਿਹੜਾ ਪਹਿਲੋਂ ਪਾਕਿਸਤਾਨ ਨਾਲ ਵੰਡ ਹੋਈ, ਉਹ ਸਾਡੇ ਪੰਜਾਬ ਦੀ ਵੰਡ ਹੋਈ ਆ, ਪਾਕਿਸਤਾਨ ਨਾਲ ਹਿੰਦੁਸਤਾਨ ਦੀ ਨਹੀਂ ਹੋਈ। ਸਾਡਾ ਹੀ ਪੰਜਾਬ ਵੰਡਿਆ ਗਿਆ, ਉਹਦਾ ਵੰਡ ਕੇ ਥੋੜਾ ਕੀਤਾ ਗਿਆ। ਇਹਨਾਂ ਦੀਆਂ ਬਹੁਤ ਬੇਟੀਆਂ ਬਚਾਉਣ ਵਾਲੇ ਸਾਂ। ਅੱਜ ਸਾਡੇ ਜਿਹੜੇ ਵਾਰ ਕਰਦੇ ਸਾਡੀਆਂ ਦਾੜੀਆਂ ਤੇ ਸਾਡੀਆਂ ਪੱਗਾਂ ਤੇ। ਦੁੱਖ ਦੀ ਗੱਲ ਆ ਕਿ ਸਾਡੇ ਜਿਹੜੇ ਲੋਕ ਆ ਆਪਣੇ ਪਰਾਵੇ ਦੇ ਵਿੱਚ, ਸਿੱਖੀ ਦੇ ਪਰਾਵੇ ਦੇ ਵਿੱਚੋਂ ਬੇਈਮਾਨ ਮਾੜੇ ਲੋਕ, ਗਦਾਰ ਲੋਕ ਆ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਨੇ, ਭਾਜਪਾ ਦੀ ਬੋਲਦੇ ਨੇ। ਅਸੀਂ ਚਾਹੁੰਦੇ ਵੀ ਅਕਾਲ ਤਖ਼ਤ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬੋਲੀ ਬੋਲਣ। ਉਹ ਇਸੇ ਇੱਕ ਥਾਂ ਦੇ ਇਕੱਠੇ ਹੋਣੇ ਚਾਹੀਦੇ ਤੇ ਅਸੀਂ ਇੱਕ ਆ ਤੇ ਇੱਕ ਰਵਾਂਗੇ। ਇਕਬਾਲ ਸਿੰਘ ਬਾਰੇ ਕੀ ਸੋਚ ਆ ਤੁਹਾਡੀ? ਗਿਆਨੀ ਇਕਬਾਲ ਸਿੰਘ ਇੱਕ ਪਾਸਿਓਂ ਕਹਿੰਦੇ ਕਿ ਮੈਂ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਹਾਂ। ਪਿੱਛੇ ਜੇ ਉਹਨਾਂ ਨੂੰ ਕਮੇਟੀ ਨੇ ਲਾਭ ਦਿੱਤਾ ਸੀ, ਪਰ ਆਪਣੇ ਆਪ ਨੂੰ ਜੇ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਕਹਿ ਰਹੇ ਆ ਤੇ ਹਮੇਸ਼ਾ ਹੀ ਉਹਨਾਂ ਦਾ ਬਿਆਨ ਜਿਹੜਾ ਵਿਵਾਦਪੂਰਨ ਹੁੰਦਾ। ਉਹ ਜੀ ਆਰਐਸਐਸ ਦੇ ਬੰਦੇ ਨੇ। ਉਹਨਾਂ ਨੂੰ ਪਹਿਲੋਂ ਕਮੇਟੀ ਤੋਂ ਲਾ ਕੇ ਉੱਥੇ ਕਮੇਟੀ ਦੀ ਨਿਯੁਕਤੀ ਕੀਤੀ ਗਈ, ਸਿੰਘ ਸਾਹਿਬ ਲਾਏ ਗਏ ਨੇ। ਉਹਨਾਂ ਨੂੰ ਪਹਿਲੋਂ ਕੱਢਿਆ, ਉਹ ਜਾਣਬੁੱਝ ਕੇ ਜਥੇਦਾਰ ਬਣੇ ਨੇ। ਜਿਹੜੇ ਬਿਆਨ ਉਹਨਾਂ ਦਿੱਤੇ ਨੇ, ਇੱਕ ਛੋਟੇ ਜਿਹੇ ਨਿਆਣਾ ਵੀ ਉੱਦਾਂ ਵੀ ਚੰਗਾ ਬੋਲ ਲੈਂਦਾ। ਉਹ ਨਿਆਣਿਆਂ ਵਾਂਗੂ ਗੱਲਾਂ ਕਰਦੇ ਨੇ। ਆਪਣੇ 4 ਵਿਆਹ, ਮੈਂ ਇਸ ਗੱਲ 'ਚ ਕਿੰਤੂ ਪਰੰਤੂ ਨਹੀਂ ਪੈਣਾ ਚਾਹੁੰਦਾ, ਪਰ ਕੌਮ ਦੀ ਜਿਹੜੀ ਉਹਨੇ ਹਾਨੀ ਕੀਤੀ ਆ, ਉਹਨੂੰ ਚਾਹੀਦੀ ਆ ਸਿੰਘ ਸਾਹਿਬਾਂ ਨੂੰ ਕਰਕੇ ਸੱਦ ਕੇ ਉਹਨੂੰ ਕੜੀ ਤੋਂ ਕੜੀ ਸਜ਼ਾ ਲਾਉਣੀ ਚਾਹੀਦੀ, ਜਿਹੜਾ ਗਾਂ ਤੋਂ ਹੀਆ ਨਾ ਕੋ ਕਰੇ। ਉਹਨਾਂ ਨੇ ਆਰਐਸਐਸ ਦੇ ਕਹਿਣ ਤੇ ਹੱਥ ਵਕਾ ਬਣੇ ਨੇ। ਉਹਦੇ ਨਾਲ ਸਿਰਫ ਉਹੋ ਹੀ ਨਹੀਂ, ਹੋਰ ਲੋਕ ਵੀ ਆ। ਜੇ ਨਾ ਸੁਧਰੇ ਤਾਂ ਸਾਨੂੰ ਕੋਈ ਹੋਰ ਹੀਲਾ ਕਰਨਾ ਪੈਣਾ। ਫਿਰ ਇਹਨਾਂ ਨੇ ਕਹਿਣਾ ਵੀ ਬਾਗੀ ਨੇ, ਬਾਗੀ ਸਾਨੂੰ ਇਹ ਲੋਕ ਕਰਵਾਉਂਦੇ ਨੇ, ਸਾਨੂੰ ਘਰਾਂ 'ਤੇ ਬਹਿਣ ਨਹੀਂ ਦਿੰਦੇ। ਅਸੀਂ ਆਪਣੀ ਕੌਮ ਵਾਸਤੇ, ਆਪਣੀ ਇੱਜ਼ਤ ਵਾਸਤੇ ਕੁਝ ਵੀ ਕਰਨਾ ਪਿਆ ਤੇ ਇਹਨਾਂ ਨੂੰ ਸੁਧਾਰਨ ਵਾਸਤੇ ਫਿਰ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਆਇਆ ਸੀ, ਉਹ ਨਹੀਂ ਪਹੁੰਚੇ। ਹੋਰ ਵੀ ਨੁਮਾਇੰਦੇ ਨੇ ਪਹੁੰਚਿਆ ਹੋਊਗਾ, ਕੋਈ ਵੀ ਨਹੀਂ ਪਹੁੰਚਿਆ। ਕੇਵਲ ਗਿਆਨੀ ਇਕਬਾਲ ਸਿੰਘ ਕਿਉਂਕਿ ਪਹੁੰਚੇ ਆ ਤੇ ਇੱਕ ਵਿਵਾਦਤ ਬਿਆਨ ਤੋਂ ਛੱਡ ਦਿੱਤਾ। ਨਾਲ ਹੀ ਗੋਬਿੰਦ ਰਾਮਾਇਣ ਬਾਰੇ ਜੋ ਮੋਦੀ ਨੇ ਬੋਲਿਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਮੋਦੀ ਨੇ ਬੋਲਿਆ ਉਹ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਇੱਕ ਗਲਤ ਗੱਲ ਆ। ਨਹੀਂ ਬੋਲਣਾ ਚਾਹੀਦਾ, ਨਾ ਸਾਡਾ ਕੋਈ ਵਾਸਤਾ ਨਾ ਕੋਈ ਗੱਲ। ਤੇ ਯਾਨੀ ਇਕਬਾਲ ਸਿੰਘ ਇਤਿਹਾਸਕ ਸਰੋਤ ਕੱਢ ਕੇ ਅੱਗੇ ਰੱਖ ਰਿਹਾ ਕਿ ਇਤਿਹਾਸਕ ਸਰੋਤ ਦੱਸਦੇ ਆ ਕਿ ਗੋਬਿੰਦ ਰਾਮਾਇਣ ਵੀ ਲਿਖੀ ਹੈਗੀ ਆ ਤੇ ਸਿੱਖ ਲਵ ਕੁਸ਼ ਦੀ ਔਲਾਦ ਆ। ਉਹ ਜਿਹੜੀ ਪੁਰਾਣੀ ਜੇ ਲਿਖਦੇ ਆ ਕਿਤੇ ਉਹ ਗਾੜੀ ਲੈ ਆਉਣ ਤੇ ਪਤਾ ਲੱਗ ਜੇ। ਬਾਅਦ ਵਿੱਚ ਤੁਹਾਨੂੰ ਪਤਾ ਬੜਾ ਕੁਝ ਚਾਲਾਂ ਖੇਡਣ ਦੇ। ਸਾਡੀ ਦਾ ਇਤਿਹਾਸ ਬਦਲਿਆ ਜਾ ਰਿਹਾ ਵਾ, ਸਾਡੇ ਗ੍ਰੰਥ ਬਦਲੇ ਜਾ ਰਹੇ ਆ। ਅਸੀਂ ਉਹਨਾਂ ਇਤਿਹਾਸ ਨੂੰ ਇਤਿਹਾਸ ਸਮਝਦੇ ਨਹੀਂਗੇ। ਇਹ ਸਾਡੀ ਕੌਮ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ, ਉਹਦੇ ਬਾਰੇ ਕੋਈ ਨਾ ਕੋਈ ਸੋਚਣਾ ਚਾਹੀਦਾ। ਜਿਹੜੇ ਇਹੋ ਜਿਹੇ ਸਾਰੇ ਇਕੱਠੇ ਕਰਕੇ ਖਤਮ ਕਰ ਦੇਣੇ ਚਾਹੀਦੇ ਨੇ। ਜਿਹੜਾ ਪਹਿਲਾ ਗੁਰੂ ਸਾਹਿਬ ਦੀ ਆਪਣੀ ਲਿਖਤ ਆ ਉਹ ਸਾਹਮਣੇ ਲਿਆਉਣੀ ਚਾਹੀਦੀ ਆ। ਉਹਦੇ ਵਿੱਚ ਬਿਲਕੁਲ ਨਹੀਂ ਲਿਖਿਆ ਜੀ। ਪੁਰਾਣੀ ਲਿਖਤ ਵਿੱਚ ਇਹ ਨਹੀਂ ਕਿ ਇਹ ਬਾਅਦ ਵਿੱਚ ਲਿਖੀਆਂ ਗਈਆਂ ਨੇ, ਚਾਹੇ ਇਹਨਾਂ ਕੋਲ ਲਿਖਾਈਆਂ ਗਈਆਂ ਆਰਐਸਐਸ ਨੇ, ਚਾਹੇ ਇਹਨਾਂ ਇਕਬਾਲ ਸਿੰਘ ਵਰਗਿਆਂ ਨੇ ਕਰਿੰਦਿਆਂ ਨੇ ਗਾਂ ਉਹਨਾਂ ਨੂੰ ਕੱਢ ਕੇ ਦਿੱਤਾ। ਮੋਦੀ ਕੋ ਕਿਹੜਾ ਟਾਈਮ ਹੈ ਇਹ ਚੀਜ਼ਾਂ ਪੜ੍ਹਨ ਦਾ, ਚਾਹੇ ਇਹ ਦੱਸਣ ਦਾ। ਉਹਨਾਂ ਨੇ ਪਹਿਲਾਂ ਲਿਖਵਾਈਆਂ, ਮੁੜ ਕੇ ਉਹਨੂੰ ਦੱਸਿਆ ਗਿਆ, ਮੁੜ ਕੇ ਉਹਨੂੰ ਦੱਸ ਕੇ ਫਿਰ ਸਮਝਾਇਆ ਗਿਆ। ਇਹ ਆਰਐਸਐਸ ਦੇ ਕਹਿਣ ਤੇ ਹੀ ਸਭ ਕੁਝ ਕਰ ਰਹੇ ਕਰਿੰਦੇ ਉਹਨਾਂ ਦੇ। ਸਤਨਾਮ ਸਿੰਘ ਕਾਲੋਂ ਜੀ, ਜਿੰਨਾ ਕਿ ਨਿਸ਼ਾਨਾ ਸਾਧਿਆ ਵਾ ਗਿਆਨੀ ਇਕਬਾਲ ਸਿੰਘ ਦੇ ਉੱਤੇ ਤੇ ਮੋਦੀ ਨੂੰ ਵੀ ਇਹੋ ਗੱਲ ਕਹੀ ਜਾਈ ਆ ਪ੍ਰਧਾਨ ਮੰਤਰੀ ਨੂੰ ਕਿ ਬਿਆਨ ਵਾਪਸ ਲੈਣਾ ਚਾਹੀਦਾ ਵਾ। ਆਪਾਂ ਹੋਰ ਵੀ ਇੱਥੋਂ ਖਾਲਸਾ ਲੀਗ ਤੋਂ ਵੀਰ ਪਹੁੰਚੇ ਹੈਗੇ ਆ, ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਪਹੁੰਚੇ ਹੈਗੇ, ਸਾਰਿਆਂ ਨਾਲ ਗੱਲਬਾਤ ਕਰਦੇ ਆ। ਖਾਲਸਾ ਲੀਗ ਤੋਂ ਸਾਡੇ ਨਾਲ ਅਮਰੀਕ ਸਿੰਘ ਬੱਲੋਵਾਲ ਜੁੜ ਚੁੱਕੇ ਆ। ਪਹਿਲਾਂ ਫਤਿਹ ਦੀ ਸਾਂਝ ਪਾਉਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਬਿਆਨ ਆ ਵਿਵਾਦਪੂਰਕ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਤੇ ਦੂਜਾ ਗਿਆਨੀ ਇਕਬਾਲ ਸਿੰਘ ਵੱਲੋਂ। ਦੋਵਾਂ ਤੇ ਕੀ ਟਿੱਪਣੀ ਕਰਨੀ ਚਾਹੋਗੇ? ਵੇਖੋ, ਜਿਹੜਾ ਨਰਿੰਦਰ ਮੋਦੀ ਦਾ ਬਿਆਨ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਮਾਇਣ ਲਿਖੀ ਹੈ, ਇਹਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਗੋਬਿੰਦ ਰਾਮਾਇਣ ਨਾਮੀ ਗ੍ਰੰਥ ਕੋਈ ਵੀ ਐਸਾ ਗ੍ਰੰਥ ਨਹੀਂ ਹੈ ਜਿਹੜਾ ਪਾਤਸ਼ਾਹ ਨੇ ਲਿਖਿਆ ਹੋਵੇ। ਪਾਤਸ਼ਾਹ ਨੇ ਤਾਂ ਲਿਖਿਆ ਹੈ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਨਰਿੰਦਰ ਮੋਦੀ ਨੇ ਜਿਹੜੀ ਉੱਥੇ ਸਟੇਟਮੈਂਟ ਦਿੱਤੀ ਹੈ ਉਹਦਾ ਮੰਤਵ ਜਿਹੜਾ ਉਹ ਬਿਲਕੁਲ ਸਪਸ਼ਟ ਹੈ। ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ ਹੈ ਵੀ ਮੈਂ ਸਿੱਧ ਕਰ ਦਿਆਂ ਕਿ ਗੁਰੂ ਗੋਬਿੰਦ ਸਿੰਘ ਜੀ ਰਾਮ ਦੇ ਉਪਾਸ਼ਕ ਸਨ, ਪਰ ਨਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਉਪਾਸ਼ਕ ਸਨ, ਉਹ ਕਿਸੇ ਅਵਤਾਰੀ ਰਾਮ ਦੇ ਉਪਾਸ਼ਕ ਨਹੀਂ ਸਨ।
ਇਹ ਗੱਲ ਸਿੱਧ ਹੋ ਚੁੱਕੀ ਹੈ। ਤੇ ਨਰਿੰਦਰ ਮੋਦੀ ਨੇ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ, ਜਿਹੜੀ ਆਰਐਸਐਸ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਨਾਲ ਛੇੜਛਾੜ ਕਰ ਰਹੀ ਹੈ, ਕਦੇ ਕੁਝ ਲਿਖ ਦਿੰਦੀ ਹੈ, ਇਤਿਹਾਸ ਦਾ ਮਿਲਾਵਟ ਕਰ ਰਹੀ ਹੈ, ਉਸੇ ਲੜੀ ਤੇ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਏਡੀ ਵੱਡੀ ਸਟੇਜ ਤੋਂ ਕਹਿਣੀ। ਇਹਦਾ ਕਾਰਨ ਹੈ ਕਿਉਂਕਿ ਜਦੋਂ ਇਨਵੀਟੇਸ਼ਨ ਕਾਰਡ ਅਯੋਧਿਆ ਦੇ ਦਿੱਤੇ ਗਏ ਨੇ ਤੇ ਸਿੱਖ ਕੌਮ ਨੇ ਦੁਨੀਆ ਭਰ ਦੇ ਵਿੱਚ ਇਸ ਗੱਲ ਤੇ ਰੋਸ ਪ੍ਰਗਟਾਇਆ ਕਿ ਇਸ ਸਮਾਗਮ ਤੋਂ ਸਿੱਖਾਂ ਨੂੰ ਤੇ ਸਿੱਖ ਆਗੂਆਂ ਨੂੰ ਦੂਰੀ ਬਣਾਉਣੀ ਚਾਹੀਦੀ ਹੈ। ਜੇ ਕੋਈ ਸ਼ਾਮਲ ਹੁੰਦਾ ਹੈ ਤੇ ਫਿਰ ਉਹ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਹਦੇ ਤੋਂ ਬਾਅਦ ਜਿਹੜੇ ਇਨਡਾਇਰੈਕਟ ਆਰਐਸਐਸ ਨਾਲ ਚੱਲਣ ਵਾਲੇ ਬਾਦਲ ਕੇ ਨੇ ਜਾਂ ਹੋਰ ਦੂਜੇ ਤੀਜੇ ਨੇ, ਉਹਨਾਂ ਨੇ ਵੀ ਸਿੱਖ ਕੌਮ ਦੇ ਰੋਸ ਨੂੰ ਸਮਝ ਕੇ ਇਸ ਸਮਾਗਮ ਤੋਂ ਦੂਰੀ ਬਣਾ ਲਈ। ਹੁਣ ਜੇ ਇਹ ਸਮਾਗਮ ਸਮੂਥਲੀ ਚੱਲ ਜਾਂਦਾ ਤੇ ਫਿਰ ਹੈੱਡਲਾਈਨ ਇਹ ਬਣ ਜਾਣੀ ਸੀ ਕਿ ਸਮੁੱਚਾ ਪੰਥ ਹਿੰਦੂ ਮਤ ਦੇ ਖਿਲਾਫ ਖੜਾ ਹੋ ਗਿਆ, ਸਮੁੱਚੇ ਪੰਥ ਨੇ ਅਯੋਧਿਆ ਦੇ ਭੂਮੀ ਪੂਜਨ ਨੂੰ ਰੱਦ ਕਰ ਦਿੱਤਾ। ਇਸ ਕਰਕੇ ਨਰਿੰਦਰ ਮੋਦੀ ਉਹਨਾਂ ਨੇ ਦੋ ਕੰਮ ਕੀਤੇ। ਇੱਕ ਤਾਂ ਆਰਐਸਐਸ ਦਾ ਡਾਇਰੈਕਟ EMPLOYE ਪੇਡ EMPLOYE ਇਕਬਾਲ ਸਿੰਘ ਬੁਲਾਇਆ, ਜਿਹੜਾ ਸਦਾ ਹੀ ਆਰਐਸਐਸ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦਾ ਹੈ, ਉਹਨੂੰ ਸਿੱਖ ਕੌਮ ਦਾ ਨੁਮਾਇੰਦਾ ਬਣਾ ਕੇ ਪੇਸ਼ ਕੀਤਾ। ਦੂਜਾ ਗੋਬਿੰਦ ਰਾਮਾਇਣ ਦਾ ਜਿਹੜਾ ਇਹ ਸਟੇਟਮੈਂਟ ਦਿੱਤੀ ਹੈ, ਇਹ ਸਟੇਟਮੈਂਟ ਦੇ ਕੇ ਇੱਕ ਤਾਂ ਸਿੱਖ ਕੌਮ ਦੇ ਵਿੱਚ ਦੁਬਿਧਾ ਖੜੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਦੂਜਾ ਆਪਣੀ ਹੈੱਡਲਾਈਨ ਪ੍ਰਮੋਟ ਕਰਕੇ ਜਿਹੜਾ ਐਡਾ ਵੱਡਾ ਸਿੱਖ ਕੌਮ ਦਾ ਪੋਜ਼ਿਟਿਵ ਮੈਸੇਜ ਸੀ ਕਿ ਅਸੀਂ ਹਿੰਦੂ ਮਤ ਨੂੰ ਨਕਾਰਤਾ, ਅਯੋਧਿਆ ਦੇ ਭੂਮੀ ਪੂਜਨ ਨੂੰ ਨਕਾਰ ਦਿੱਤਾ, ਸਮੁੱਚੀ ਕੌਮ ਇੱਕ ਪੰਥ ਇੱਕ ਪਲੇਟਫਾਰਮ ਤੇ ਖੜੀ ਹੋ ਕੇ ਨਕਾਰ ਗਈ ਹੈ, ਉਸ ਨੂੰ ਦਬਾਉਣ ਵਾਸਤੇ ਇਹੋ ਜਿਹੀ ਕੰਟਰੋਵਰਸ਼ੀਅਲ ਸਟੇਟਮੈਂਟ ਦਿੱਤੀ ਹੈ। ਜਿਹੜੀ ਗੱਲ ਇਕਬਾਲ ਸਿੰਘ ਦੀ ਹੈ, ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਜੇ ਤੁਸੀਂ ਹੁਣ ਮੇਰੀ ਨਿੱਜੀ ਵੰਸ਼ ਦੀ ਗੱਲ ਕਰੋਗੇ, ਮੇਰਾ ਨਾਮ ਅਮਰੀਕ ਸਿੰਘ, ਮੇਰਾ ਫਾਦਰ ਸਾਹਿਬ ਦਾ ਨਾਮ ਸ਼ਿੰਗਾਰਾ ਸਿੰਘ, ਮੇਰੀ ਵੰਸ਼ ਲੱਭੋਗੇ। ਪਰ ਜਿੱਦਣ ਮੈਂ ਖੰਡੇ ਬਾਟੇ ਦੀ ਪਹੁਲ ਲਈ ਸੀ, ਉਦੋਂ ਮੈਨੂੰ ਪੰਜ ਸਿੰਘ ਸਾਹਿਬਾਨਾਂ ਨੇ ਇੱਕ ਗੱਲ ਕਹੀ ਸੀ, ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ, ਤੇਰੀ ਮਾਤਾ ਸਾਹਿਬ ਕੌਰ, ਤੇਰਾ ਦਾਦਾ ਗੁਰੂ ਤੇਗ ਬਹਾਦਰ, ਤੇਰੀ ਦਾਦੀ ਮਾਤਾ ਗੁਜਰ ਕੌਰ ਤੇ ਤੇਰਾ ਵਾਸ ਆਨੰਦਪੁਰ ਸਾਹਿਬ ਦਾ। ਤੇ ਜੇ ਫਿਰ ਖੰਡੇ ਬਾਟੇ ਦੀ ਪਹੁਲ ਦੇ ਵਿੱਚ ਸਿੰਘ ਸਾਹਿਬਾਨਾਂ ਦੀ ਗੱਲ ਨੂੰ ਮੰਨੀਏ, ਫਿਰ ਮੈਂ ਤਾਂ ਪਾਤਸ਼ਾਹ ਦੀ ਵੰਸ਼ 'ਚੋਂ ਹਾਂ। ਇਹ ਬਾਂਸਾਵਲੀ ਨੂੰ ਨਹੀਂ ਮੰਨਦਾ। ਜੇ ਅਸੀਂ ਬਾਂਸਾਵਲੀ ਨੂੰ ਗੱਲੀਏ, ਇਹ ਜਿਹੜੀ ਗੱਲ ਇਕਬਾਲ ਸਿੰਘ ਨੇ ਕੀਤੀ ਹੈ, ਇਹ ਬੜੀ ਹਾਸੋਹੀਣੀ ਹੈ। ਇਕਬਾਲ ਸਿੰਘ ਨੇ ਗਲਤ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਿਸ ਦਿਨ ਜਨਮ ਲਿਆ ਹੈ, ਮਹਿਤਾ ਕਲਿਆਣ ਜੀ ਦੇ ਘਰ ਲਿਆ ਹੈ, ਤੇ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨੂੰ ਰੱਦ ਕਰ ਦਿੱਤਾ, ਉਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਪਰਿਵਾਰ ਜਿਹੜਾ ਉਹ ਜਨੇਊ ਦੀ ਰਸਮ ਨੂੰ ਰੱਦ ਨਹੀਂ ਸੀ ਕਰਦਾ। ਪਰ ਜਿਸ ਦਿਨ ਪਾਤਸ਼ਾਹ ਨੇ ਜਨੇਊ ਦੀ ਰਸਮ ਰੱਦ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਇਸ ਮਤ ਨੂੰ ਪ੍ਰਵਾਨ ਨਹੀਂ ਕਰਦਾ, ਅਸੀਂ ਉਸ ਦਿਨ ਜਨਮੇ ਹਾਂ, ਅਸੀਂ ਉਸ ਗੁਰੂ ਦੇ ਸਿੱਖ ਹਾਂ। ਅਸੀਂ ਹੁਣ ਅੱਜ ਕਿੱਦਾਂ ਮੰਨ ਲਈਏ? ਸਾਡਾ ਗੁਰੂ ਤੇ ਥਾਂ ਥਾਂ ਜਾ ਕੇ, ਹਰ ਜਗ੍ਹਾ ਜਾ ਕੇ ਸੱਚ ਦਾ ਹੋਕਾ ਦੇ ਰਿਹਾ, ਹਰ ਕੀ ਪੌੜੀ ਦੇ ਉੱਤੇ ਜਾ ਕੇ ਇਹਨਾਂ ਨੂੰ ਐਨਲਾਈਟਡ ਕਰ ਰਿਹਾ, ਇਹਨਾਂ ਨੂੰ ਸੱਚ ਦਾ ਗਿਆਨ ਕਰਾ ਰਿਹਾ, ਤੇ ਇਹ ਅੱਜ ਸਾਨੂੰ ਦੱਸਣਗੇ ਕਿ ਅਸੀਂ ਕਿਹਨਾਂ ਚੋਂ ਆਏ ਹਾਂ। ਸੋ ਇਹ ਗੱਲਾਂ ਗਲਤ ਨੇ। ਇਕਬਾਲ ਸਿੰਘ ਪਹਿਲੀ ਗੱਲ ਸਿੱਖ ਕੌਮ ਦਾ ਨੁਮਾਇੰਦਾ ਨਹੀਂ, ਉਹਦੀਆਂ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਨੂੰ ਅਸੀਂ ਰੱਦ ਕਰਦੇ ਹਾਂ। ਗੋਬਿੰਦ ਰਾਮਾਇਣ ਨਾਮੀ ਕੋਈ ਵੀ ਗ੍ਰੰਥ ਪੰਥ ਦੇ ਵਿੱਚ ਮੌਜੂਦ ਨਹੀਂ ਹੈ, ਨਾ ਹੀ ਕੋਈ ਗੋਬਿੰਦ ਰਾਮਾਇਣ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖੀ ਹੈ। ਮੈਂ ਇੱਥੇ ਸੰਗਤ ਨੂੰ ਵੀ ਅਪੀਲ ਕਰਨੀ ਚਾਹੁੰਦਾ, ਜਥੇਬੰਦੀਆਂ ਨੂੰ ਵੀ। ਹੁਣੇ ਕੋਈ ਗੁਰਮੁਖ ਪਿਆਰੇ ਗੱਲ ਕਰ ਰਹੇ ਸੀ ਜਥੇਬੰਦੀਆਂ ਦੇ ਆਪਸੀ ਵਿਵਾਦ ਦੀ। ਦੇਖੋ, ਆਪਸੀ ਵਿਵਾਦ ਚੱਲਦੇ ਰਹਿਣੇ ਚਾਹੀਦੇ ਆ। ਸਾਰੀਆਂ ਜਥੇਬੰਦੀਆਂ ਨੂੰ ਇਹ ਗੱਲ ਕਮਿਟ ਕਰਨੀ ਚਾਹੀਦੀ ਵੀ ਗੋਬਿੰਦ ਰਾਮਾਇਣ ਗੁਰੂ ਸਾਹਿਬ ਨੇ ਨਹੀਂ ਲਿਖੀ। ਜੇ ਅੱਜ ਅਸੀਂ ਚੁੱਪ ਰਹਿ ਜਾਂਦੇ ਹਾਂ ਤੇ ਕੱਲ੍ਹ ਨੂੰ ਆਰਐਸਐਸ ਗੋਬਿੰਦ ਰਾਮਾਇਣ ਆਪ ਲਿਖ ਕੇ ਤੁਹਾਡੇ ਹੱਥ 'ਚ ਫੜਾ ਦੇਵੇਗੀ, ਫਿਰ ਤੁਸੀਂ ਕੀ ਕਰੋਗੇ? ਫਿਰ ਇੱਕ ਹੋਰ ਗ੍ਰੰਥ ਦਾ ਬਖੇੜਾ ਖੜਾ ਹੋ ਜਾਵੇਗਾ, ਫਿਰ ਉਸ 'ਤੇ ਬਹਿਸ ਕਰੀ ਜਾਇਓ, ਲੜੀ ਜਾਇਓ। ਸੋ ਇਹ ਗੱਲਾਂ ਨੇ, ਪੰਥ ਨੂੰ ਸਾਰੀ ਜਗ੍ਹਾ 'ਤੇ ਪ੍ਰੋਟੈਸਟ ਕਰਨਾ ਚਾਹੀਦਾ। ਅਮਰੀਕ ਸਿੰਘ ਜੀ, ਸਾਡੀ ਧਾਰਮਿਕ ਜਥੇਬੰਦੀਆਂ, ਜੇ ਆਪਾਂ ਗੱਲ ਕਰੀਏ SGPC ਵੱਲੋਂ ਜਾਂ ਹੋਰ ਜਿਹੜੀਆਂ ਸਿਰਮੌਰ ਸੰਸਥਾਵਾਂ ਸਾਡੀਆਂ, ਅਜੇ ਉਹਨਾਂ ਵੱਲੋਂ ਇਹ ਬਿਆਨ ਨਹੀਂ ਕੋਈ ਵੀ ਆਇਆ। ਮੈਨੂੰ ਲੱਗਦਾ ਪਹਿਲਾ ਪ੍ਰੋਟੈਸਟ ਜਿਹੜਾ ਤੁਹਾਡੇ ਵੱਲੋਂ, ਖਾਲਸਾ ਲੀਗ ਵੱਲੋਂ ਤੇ ਜਿਹੜੀ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਕੀਤਾ ਜਾ ਰਿਹਾ ਵਾ, ਇਸ ਚੀਜ਼ ਦਾ ਸਾਰਿਆਂ ਨੂੰ, ਤੁਸੀਂ ਜਿਵੇਂ ਖੰਡਨ ਕਿਹਾ, ਕਰਨ ਵਾਸਤੇ ਸਾਰਿਆਂ ਨੂੰ ਕਰਨਾ ਚਾਹੀਦਾ। ਵੇਖੋ ਜੀ, ਉਹ ਬਿਆਨ ਦੇ ਦਿੰਦੇ ਪਰ ਦੇ ਨਹੀਂ ਸਕੇ, ਕਿਉਂਕਿ ਜਦੋਂ ਸਿੱਖ ਕੌਮ ਦਾ ਪ੍ਰੈਸ਼ਰ ਪਿਆ ਤੇ ਉਹ ਅਯੋਧਿਆ ਦੇ ਸਮਾਗਮ 'ਚ ਨਹੀਂ ਗਏ। ਉਹਨਾਂ ਨੂੰ ਤਾਂ ਉਦਣ ਦੀਆਂ ਝਿੜਕਾਂ ਪਈ ਜਾਂਦੀਆਂ ਵੀ ਤੁਸੀਂ ਆਏ ਕਿਉਂ ਨਹੀਂ। ਸ਼੍ਰੋਮਣੀ ਕਮੇਟੀ ਨੂੰ ਤੇ ਬਾਦਲ ਕਿਆਂ ਨੂੰ ਤਾਂ ਝਿੜਕਾਂ ਪੈ ਰਹੀਆਂ ਆਰਐਸਐਸ ਵੱਲੋਂ ਵੀ ਅੱਗੇ ਜਿਹੜਾ ਰਾਜਨੀਤਿਕ ਸੰਗਠਨ ਦਾ ਗੱਠਜੋੜ ਉਹ ਤੋੜ ਦੇਵਾਂਗੇ ਤੇ ਮੁੜ ਕੇ ਤੁਸੀਂ ਸਰਕਾਰ ਨਹੀਂ ਬਣਾ ਸਕੋਗੇ। ਇਹਨਾਂ ਨੂੰ ਤਾਂ ਵਜ਼ਾਰਤ ਦੀ ਵਜ਼ੀਰੀ ਦੀ ਸਭ ਤੋਂ ਵੱਡਾ ਪਵਾੜਾ ਹਰਸਿਮਰਤ ਕੌਰ ਦੀ ਵਜ਼ੀਰੀ ਦਾ ਹੈ। ਸੁਖਬੀਰ ਬਾਦਲ ਨੂੰ ਮਿਲੀਆਂ ਹੋਈਆਂ ਸ਼ਾਨੋ ਸ਼ੌਕਤਾਂ ਤਾਂ ਸਿਕਿਉਰਟੀਆਂ ਦਾ ਹੈ, ਸੈਂਟਰ ਦੇ ਵਿੱਚੋਂ ਕੁਰਸੀ ਖੁੱਸਣ ਦਾ। ਉਸੇ ਕਰਕੇ SGPC ਪ੍ਰਧਾਨ ਦੀ ਕੀ ਪਾਵਰ ਹੈ? ਅੱਜ ਹੁਕਮ ਤਾਂ ਬਾਦਲ ਸੁਣਾਉਂਦਾ, ਸੁਖਬੀਰ ਬਾਦਲ। ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਗੱਲ ਬਾਦਲ ਨਹੀਂ ਮੰਨਦਾ। ਸਿਰਫ ਇਹਨਾਂ ਨੂੰ ਚੁੱਪ ਕਰਾਇਆ ਹੋਇਆ ਬਾਦਲਾਂ ਨੇ, ਬਾਦਲਾਂ ਨੂੰ ਚੁੱਪ ਕਰਾਇਆ ਹੋਇਆ BJP ਨੇ, ਤੇ BJP ਦੇ ਪਿੱਛੇ RSS ਬੈਠੀ ਹੋਈ ਹੈ। ਇਸ ਕਰਕੇ ਸਿੱਖ ਕੌਮ ਦੀਆਂ ਸ਼੍ਰੋਮਣੀ ਸੰਸਥਾਵਾਂ ਜਿਨ੍ਹਾਂ ਤੋਂ ਇਸ ਗੱਲ ਦਾ ਮੈਸੇਜ ਦੇਣਾ ਚਾਹੀਦਾ ਸੀ, ਉਹ ਗੁਲਾਮ ਹੋ ਚੁੱਕੀਆਂ। ਹੁਣ ਤੇ ਉਹੀ ਪੰਥ ਆਊਗਾ ਜਿਵੇਂ ਹੁਣ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ। ਉਹ ਕਿਸੇ ਜਥੇਬੰਦੀ ਦੇ ਆਗੂ ਨਹੀਂ ਸੀ, ਉਹ ਕਿਸੇ ਦਲ ਦੇ ਪ੍ਰਧਾਨ ਨਹੀਂ ਸੀ, ਉਹ ਕੋਈ ਜਥੇਦਾਰ ਨਹੀਂ ਸੀ, ਉਹ ਆਮ ਸਿੱਖ ਸੀ। ਜਦੋਂ ਉਹਨਾਂ ਨੇ ਕੰਨਾਂ 'ਚ ਗੱਲ ਸੁਣੀ
ਵੀ ਸਿੱਖ ਖਤਮ ਹੋ ਗਏ। ਉਹ ਕਹਿੰਦੇ ਆ ਲਓ ਅਸੀਂ ਬੁੰਗਾ ਕੱਢ ਦਿੱਤਾ, ਅਸੀਂ ਲਾਇਆ ਨਾਕਾ, ਇਹ ਸਿੱਖਾਂ ਦਾ ਰਾਜ ਹੋ ਗਿਆ। ਆਹ ਬੋਤਾ ਸਿੰਘ ਗਰਜਾ ਸਿੰਘ ਦੇ ਵਾਰਸ ਇਹਨਾਂ ਨੂੰ ਉੱਠਣਾ ਪੈਣਾ ਹੈ। ਜੇ ਤੁਸੀਂ ਸੋਚੋ ਵੀ ਜਥੇਦਾਰਾਂ ਨੂੰ ਮਾਫ ਕਰਿਆ ਜੇ ਮਖਮਲੀ ਕੁਰਸੀਆਂ ਤੋਂ ਉੱਠਣਾ ਤੇ ਏਸੀਆਂ ਦੇ ਸੁੱਖ ਛੱਡਣੇ ਇਹਨਾਂ ਵਾਸਤੇ ਸੌਖੇ ਨਹੀਂ, ਇਹਨਾਂ ਨੂੰ ਆਦਤ ਪੈ ਗਈ। ਧੰਨਵਾਦ ਜੀ। ਸਨ ਖਾਲਸਾ ਲੀਗ ਤੋਂ ਅਮਰੀਕ ਸਿੰਘ ਬੱਲੋਵਾਲ ਜੀ ਸਾਡੇ ਨਾਲ ਹੋਰ ਵੀਰ ਜੀ ਹੈਗੇ ਆ। ਕੀ ਸ਼ੁਭ ਨਾਮ ਪਹਿਲਾਂ? ਮੇਰਾ ਨਾਮ ਧਰਮ ਸਿੰਘ ਹੈ ਜੀ। ਜਿਹੜਾ ਜੋ ਵੀ ਵਿਵਾਦ ਚੱਲਣ ਡਿਆ ਨਰਿੰਦਰ ਮੋਦੀ ਜੀ ਦਾ ਜਾਂ ਇਕਬਾਲ ਸਿੰਘ ਦਾ, ਇੱਥੋਂ ਇਹ ਯਾਰ ਕੀਤਾ ਜਾਂਦਾ ਵੀ ਸਿੱਖ ਧਰਮ ਜਿਹੜਾ ਹਿੰਦੂ ਧਰਮ ਦਾ ਭਾਗ ਆ। ਮੈਂ ਇੱਥੇ ਗੱਲ ਸਪਸ਼ਟ ਕਰਨੀ ਚਾਹੁੰਦਾ, ਸਿੱਖ ਧਰਮ ਕਿਸੇ ਧਰਮ ਚੋਂ ਨਹੀਂ ਨਿਕਲਿਆ, ਕਿਸੇ ਧਰਮ ਚੋਂ ਵੀ। ਹਿੰਦੂ ਧਰਮ ਦੀ ਗੱਲ ਨਹੀਂ ਕਰਦਾ, ਕਿਸੇ ਵੀ ਧਰਮ ਚੋਂ ਨਹੀਂ ਨਿਕਲਿਆ। ਕਿਉਂ ਕਿ ਸਿੱਖ ਧਰਮ ਮਾਤਾ ਦੇ ਗਰਭ ਦੇ ਵਿੱਚ ਪੈਦਾ ਹੋਣ ਤੋਂ ਪਹਿਲਾਂ ਹੀ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਸਿੱਖ। ਬਾਕੀ ਸਾਰੇ ਧਰਮ ਮਾਤਾ ਦੇ ਜਨਮ ਗਰਭ ਦੇ ਵਿੱਚੋਂ ਪੈਦਾ ਹੋਣ ਤੋਂ ਕੁਝ ਸਮਾਂ ਬਾਅਦ ਉਹਨਾਂ ਦੀ ਬੁਨਿਆਦ ਆ, ਕਿਸੇ ਦੀ 5 ਸਾਲ, ਕਿਸੇ ਦੀ 7 ਸਾਲ, ਕਿਸੇ ਨੇ ਕੇਸਾਂ ਦਾ ਮੁੰਡਨ ਕਰਾਉਣਾ, ਕਿਸੇ ਨੇ ਜਨੇਊ ਪਾਉਣਾ, ਕਿਸੇ ਨੇ ਸੁੰਨਤੀ ਕਰਨਾ, ਉਹ ਉਹਨਾਂ ਦੀ ਲਿਮਟ ਆ ਸਮੇਂ ਦੀ। ਪਰ ਸਿੱਖ ਮਾਤਾ ਦੇ ਗਰਭ ਦੇ ਵਿੱਚ ਪੈਦਾ ਹੋਣ ਤੋਂ ਪਹਿਲਾਂ ਹੀ ਸਿੱਖ ਬਣ ਚੁੱਕਾ ਵਾ। ਇਸ ਕਰਕੇ ਸਿੱਖ ਧਰਮ ਦੇ ਵਿੱਚੋਂ ਸਾਰੇ ਧਰਮ ਨਿਕਲਿਆ, ਨਾ ਕਿ ਸਿੱਖ ਧਰਮ ਕਿਸੇ ਧਰਮ ਚੋਂ ਨਿਕਲ ਗਿਆ। ਇਹ ਮੈਂ ਡੰਕੇ ਦੀ ਚੋਟ ਤੇ ਕਹਿਣਾ ਵਾ। ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ, ਸਿੱਖ ਧਰਮ ਕਿਸੇ ਧਰਮ ਚੋਂ ਨਹੀਂ ਨਿਕਲਿਆ, ਚਾਹੇ ਕੋਈ ਵੀ ਬੋਲੇ ਇਹਦੇ ਬਾਰੇ। ਧੰਨਵਾਦ ਜੀ। ਸਿੱਖ ਧਰਮ ਦੀ ਇੱਕ ਵਿਲੱਖਣੀ ਪਹਿਚਾਣ ਆ, ਵਿਲੱਖਣ ਪਹਿਚਾਣ ਆ। ਸਾਡਾ ਪਿੰਡ, ਸਾਡਾ ਸ਼ਹਿਰ, ਸਾਡੀ ਜਾਤ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਉਸ ਤੋਂ ਬਾਅਦ 'ਚ ਖਤਮ ਹੋ ਜਾਂਦੀ ਆ। ਅਤੇ ਨਿਆਰਾਪਨ ਖਾਲਸੇ ਦਾ ਵੱਖਰਾ ਹੈਗਾ ਵਾ। ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਆ। ਵੀਰ ਅਮਰੀਕ ਸਿੰਘ ਬੱਲੋਵਾਲ ਜੀ ਨੇ ਵਿਸਥਾਰਪੂਰਵਕ ਦੱਸ ਦਿੱਤਾ ਵਾ ਕਿ ਸਿੱਖ ਦਾ ਕਿਸੇ ਵੀ ਜਾਤ, ਧਰਮ ਤੇ ਮਜ਼ਹਬ ਦੇ ਨਾਲ ਕੋਈ ਰਿਸ਼ਤਾ ਨਹੀਂਗਾ। ਜਦੋਂ ਅਸੀਂ ਅੰਮ੍ਰਿਤਪਾਨ ਕਰਦੇ ਹਾਂ ਸਾਡੀ ਨਿਆਰੀ ਹਸਤੀ ਉਸ ਟਾਈਮ ਸਟਾਰਟ ਹੋ ਜਾਂਦੀ ਆ। ਅਸੀਂ ਅੰਮ੍ਰਿਤਪਾਨ ਤੋਂ ਬਾਅਦ 'ਚ ਇੱਕ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਤੇ ਅਨੰਦਪੁਰ ਸਾਹਿਬ ਦੇ ਵਾਸੀ ਬਣ ਚੁੱਕੇ ਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।